ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਇੱਕ ਰਾਜਸਥਾਨੀ ਕਥਾ ਸਾਂਝੀ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਵੱਡੀ ਕੌਣ। ਕਹਿੰਦੇ ਇੱਕ ਕਿਸਾਨ ਦੇ ਦੋ ਪੁੱਤਰ ਹੁੰਦੇ ਆ। ਵੱਡੇ ਦਾ ਨਾਮ ਹੈ ਦੌਲਤ ਤੇ ਛੋਟੇ ਦਾ ਨਾਮ ਹੁੰਦਾ ਹੈ ਦੀਨ। ਦੋਨਾਂ ਦੀ ਉਮਰ ਵਿੱਚ ਭਾਵੇਂ 3 ਸਾਲ ਦਾ ਹੀ ਫਰਕ ਸੀ, ਪਰ ਸੁਭਾਅ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਜਦ ਇਹਨਾਂ ਦਾ ਪਿਤਾ ਜਿਉਂਦਾ ਸੀ ਤਾਂ ਉਸ ਸਮੇਂ ਇਹਨਾਂ ਦੇ ਪਿਤਾ ਨੇ ਦੋਹਾਂ ਭਰਾਵਾਂ ਦੇ ਵਿੱਚ ਬਰਾਬਰ ਜਿਹੜੀ ਜ਼ਮੀਨ ਜਾਇਦਾਦ ਦੀ ਵੰਡ ਕਰ ਦਿੱਤੀ ਜਾਂਦੀ ਹੈ। ਤੇ ਵੱਡਾ ਭਰਾ ਹੈ ਜਿਹੜਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੇਈਮਾਨੀ ਦੇ ਨਾਲ ਆਪਣੇ ਛੋਟੇ ਭਰਾ ਦੀਨ ਤੋਂ ਉਹਦੀ ਜਾਇਦਾਦ ਵੀ ਜਿਹੜੀ ਹੈ ਉਹ ਹੜਪ ਕਰ ਲੈਂਦਾ। ਜਿਵੇਂ ਕਿ ਦੀਨ ਦਾ ਸੁਭਾਅ ਬੜਾ ਸਿੱਧਾ ਸਾਦਾ, ਉਹ ਭੋਲਾ ਭਾਲਾ ਜਿਹਾ ਸੀਗਾ ਤੇ ਉਹ ਕੋਈ ਵਿਰੋਧ ਨਹੀਂ ਕਰਦਾ ਇਸ ਚੀਜ਼ ਦਾ, ਤੇ ਆਪਣੇ ਭਰਾ ਦੇ ਕੋਲ ਹੀ ਜਿਹੜਾ ਉਹ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦਾ। ਉਹ ਇੱਕ ਟੁੱਟੀ ਜਿਹੀ ਝੌਂਪੜੀ ਦੇ ਵਿੱਚ ਗਰੀਬੀ ਦੇ ਵਿੱਚ ਜਿਹੜੇ ਆਪਣੇ ਦਿਨ ਗੁਜ਼ਾਰਦਾ। ਫਿਰ ਵੱਡੇ ਭਰਾ ਦਾ ਵਿਆਹ ਹੋ ਜਾਂਦਾ ਹੈ, ਪਰ ਦੀਨ ਕਿਉਂਕਿ ਗਰੀਬ ਸੀ ਉਹਨੂੰ ਕੋਈ ਆਪਣੀ ਧੀ ਵੀ ਨਹੀਂ ਦਿੰਦਾ। ਤੇ ਵੱਡੇ ਭਰਾ ਦੀ ਜਿਹੜੀ ਹੈ ਵਹੁਟੀ ਹੈ ਉਹ ਵੀ ਉਹਦੇ ਭਰਾ ਦੇ ਵਾਂਗ ਹੀ ਜਿਹੜੀ ਹੈ ਤੇਜ਼ ਤਰਾਰ, ਬੜੀ ਚੁਸਤ ਹੁੰਦੀ ਹੈ। ਜਿੱਥੇ ਉਹਨੂੰ ਚੰਗਾ ਖਾਣ ਪੀਣ ਲਈ ਪਹਿਲਾਂ ਮਿਲ ਜਾਂਦਾ ਸੀ, ਹੁਣ ਉਹਦੀ ਭਾਬੀ ਦੇ ਆਉਣ ਤੋਂ ਬਾਅਦ ਉਹਨੂੰ ਘਰ ਦਾ ਸਾਰਾ ਕੰਮ ਵੀ ਕਰਨਾ ਪੈਂਦਾ ਹੈ। ਗੋਹਾ ਕੂੜਾ ਹੋ ਗਿਆ, ਖੇਤਾਂ ਦਾ ਕੰਮ, ਜਿਵੇਂ ਸਾਰਾ ਉਹਨੂੰ ਕਰਨਾ ਪੈਂਦਾ ਹੈ। ਤੇ ਉਹਨੂੰ ਚੰਗੀ ਤਰ੍ਹਾਂ ਖਾਣ ਪੀਣ ਲਈ ਵੀ ਜਿਹੜਾ ਉਹਦੀ ਭਾਬੀ ਨਹੀਂ ਦਿੰਦੀ ਕੁਝ ਵੀ। ਅੱਧੀ ਰਾਤ ਤੱਕ ਕੰਮ ਕਰਦਾ ਰਹਿੰਦਾ ਹੈ, ਫਿਰ ਸਵੇਰੇ ਫਿਰ ਸਾਜਰੇ ਉੱਠ ਕੇ ਉਹ ਕੰਮ ਵਿੱਚ ਜੁਟ ਜਾਂਦਾ। ਲੋਕ ਵੀ ਉਹਨੂੰ ਸਮਝਾਉਂਦੇ ਆ, ਪਰ ਦੀਨ ਦੀ ਆਦਤ ਸੀ ਕਿ ਉਹ ਕਿਸੇ ਦੀ ਵੀ ਗੱਲ ਜਿਹੜੀ ਹੈ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਨਹੀਂ ਸੀ ਆਉਂਦਾ। ਤਾਂ ਇਸ ਤਰ੍ਹਾਂ ਇੱਕ ਦਿਨ ਕਹਿੰਦੇ ਬੜੀ ਤੇਜ਼ ਗਰਮੀ ਪੈ ਰਹੀ ਸੀ ਤੇ ਦੀਨ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈ। ਸਵੇਰ ਤੋਂ ਲੱਗਿਆ ਹੋਇਆ ਸ਼ਾਮ ਹੋਣ ਤੱਕ ਆਈ ਹੈ, ਪਰ ਉਹਦੀ ਭਾਬੀ ਜਿਹੜੀ ਆ ਉਹਦੇ ਲਈ ਰੋਟੀ ਲੈ ਕੇ ਹਜੇ ਤੱਕ ਨਹੀਂ ਪਹੁੰਚਦੀ। ਤਾਂ ਇੱਦਾਂ ਹੀ ਉੱਥੋਂ ਲక్ష్ਮੀ ਤੇ ਕਿਸਮਤ ਜਿਹੜੀਆਂ ਨੇ ਲੰਘਦੀਆਂ ਹੁੰਦੀਆਂ ਨੇ, ਆਪਸ ਵਿੱਚ ਉਹ ਤਕਰਾਰ ਕਰਦੀਆਂ ਜਾਂਦੀਆਂ ਨੇ। ਉਹ ਲక్ష్ਮੀ ਕਹਿੰਦੀ ਹੈ ਮੈਂ ਵੱਡੀ ਹਾਂ, ਕਿਸਮਤ ਕਹਿੰਦੀ ਹੈ ਮੈਂ ਵੱਡੀ ਹਾਂ। ਜਦ ਉਹ ਦੀਨ ਨੂੰ ਦੇਖਦੀਆਂ ਨੇ ਤਾਂ ਉਹਨਾਂ ਨੂੰ ਹੋ ਜਾਂਦਾ ਕਿ ਹਾਂ ਹੁਣ ਸਾਡੀ ਜਿਹੜੀ ਹੈ ਤਕਰਾਰ ਦਾ, ਸਾਡੀ ਲੜਾਈ ਦਾ ਜਿਹੜਾ ਫੈਸਲਾ ਹੋਊਗਾ। ਲక్ష్ਮੀ ਦੀਨ ਨੂੰ ਦੇਖ ਕੇ ਕਹਿੰਦੀ ਹੈ ਵੀ ਮੇਰੇ ਵੱਲੋਂ ਮੂੰਹ ਮੋੜਦਾ ਜਿਹੜਾ ਉਹਦਾ ਇਹ ਹਸ਼ਰ ਹੁੰਦਾ। ਤਾਂ ਅੱਗੋਂ ਕਿਸਮਤ ਕਹਿੰਦੀ ਹੈ ਵੀ ਇਹਦੇ ਵਿੱਚ ਤੇਰਾ ਕੋਈ ਹੱਥ ਨਹੀਂ ਹੈਗਾ, ਮੈਂ ਹੀ ਦੀਨ ਦੀ ਮਦਦ ਨਹੀਂ ਕੀਤੀ, ਇਸ ਲਈ ਉਹ ਜਿਹੜਾ ਕਸ਼ਟ ਇਹ ਚੱਲ ਰਿਹਾ ਹੈ। ਤਾਂ ਉਹਨਾਂ ਦੀ ਇੱਦਾਂ ਹੀ ਬਹਿਸ ਚੱਲਦੀ ਰਹਿੰਦੀ ਹੈ ਤੇ ਇੱਕ ਦੂਜੇ ਤੋਂ ਵੱਧ ਕੇ ਆਪਣੇ ਆਪ ਨੂੰ ਬਲਵਾਨ ਦਿਖਾਉਣ ਦੀ ਉਹ ਕੋਸ਼ਿਸ਼ ਕਰਦੀਆਂ ਨੇ। ਤੇ ਫਿਰ ਲక్ష్ਮੀ ਕਹਿੰਦੀ ਮੈਂ ਇੱਕ ਫਸਲ ਨਾਲ ਹੀ ਦੀਨ ਦਾ ਪੂਰਾ ਜੀਵਨ ਬਦਲ ਦੂੰਗੀ। ਤਾਂ ਕਿਸਮਤ ਜਿਹੜੀ ਆ ਕੋਈ ਜਵਾਬ ਨਹੀਂ ਦਿੰਦੀ, ਬਸ ਉਹ ਹੱਸ ਦਿੰਦੀ ਹੈ। ਲక్ష్ਮੀ ਨੂੰ ਉਹਦਾ ਹਾਸਾ ਸਗੋਂ ਉਹਨੂੰ ਹੋਰ ਵੀ ਮਜ਼ਬੂਤ ਕਰਦਾ। ਤਾਂ ਜਦ ਹਾੜੀ ਦੀ ਫਸਲ ਵੰਡੀ ਜਾਂਦੀ ਹੈ ਤਾਂ ਭਰਾ ਜਿਹੜਾ ਆਪਣੀ ਵਹੁਟੀ ਦੇ ਉਕਸਾਉਣ ਤੇ ਦੀਨ ਨੂੰ ਮਜ਼ਦੂਰੀ ਦੇ ਬਦਲੇ ਮਤੀਰੇ ਤੇ ਕੱਕੜੀਆਂ ਦੇ ਦਿੰਦਾ। ਦੀਨ ਨੂੰ ਇਸ ਤੋਂ ਵੱਧ ਦੀ ਉਮੀਦ ਸੀ, ਪਰ ਉਹ ਭਰਾ ਨਾਲ ਬਹਿਸ ਨਹੀਂ ਕਰਦਾ, ਉਹ ਆਪਣੇ ਭਰਾ ਦੀ ਗੱਲ ਨੂੰ ਮੰਨ ਲੈਂਦਾ। ਤੇ ਹੁਣ ਉੱਧਰ ਲక్ష్ਮੀ ਵੀ ਬਜ਼ਿੱਦ ਸੀ। ਉਹਨੇ ਕਿਹਾ ਸੀ ਕਿ ਇੱਕ ਫਸਲ ਦੇ ਬਦਲੇ ਇੱਕ ਫਸਲ ਦੇ ਜਿਹੜਾ ਜ਼ਰੀਏ ਮੈਂ ਇਹਦਾ ਜੀਵਨ ਬਦਲ ਦੂੰਗੀ। ਤਾਂ ਉਹਨੇ ਕੀ ਕੀਤਾ, ਉਹਨੇ ਮਤੀਰੇ ਤੇ ਕੱਕੜੀਆਂ ਦੇ ਵਿੱਚ ਜਿਹੜੇ ਨੇ ਅੱਖ ਬਚਾ ਕੇ ਰਾਤ ਨੂੰ ਕਿਤੇ ਹੀਰੇ ਤੇ ਮੋਤੀ ਜਿਹੜੇ ਨੇ ਉਹਨਾਂ ਵਿੱਚ ਭਰ ਦਿੰਦੀ ਹੈ। ਤੇ ਦੀਨ ਆਪਣੇ ਮਨ ਦੇ ਵਿੱਚ ਪੂਰੀ ਵਿਉਂਤ ਬਣਾ ਲੈਂਦਾ ਕਿ ਮੈਂ ਮਤੀਰੇ ਤੇ ਕੱਕੜੀਆਂ ਦੀ ਬਿਜਾਈ ਕਰੂੰਗਾ, ਹੈ ਨਾ, ਤਿਆਰੀ ਕਰਦਾ ਉਹਨਾਂ ਦੀ ਵੀ ਮੈਂ ਇਹਨਾਂ ਦੇ ਬੀਜ ਕੱਢ ਕੇ ਘੜਿਆਂ ਵਿੱਚ ਪਾ ਕੇ ਫਿਰ ਇਹਨਾਂ ਨੂੰ ਮਿੱਟੀ ਵਿੱਚ ਦੱਬ ਦੂੰਗਾ। ਪਹਿਲਾਂ ਕੱਕੜੀਆਂ ਦੇ ਬੀਜ ਮਗਜ਼ ਜਿਹੜੇ ਨੇ ਉਹ ਬੀਜੂੰਗਾ, ਫਿਰ ਮਤੀਰੇ ਦੇ। ਤਾਂ ਇੱਦਾਂ ਹੀ ਕੰਮ ਕਰਦਿਆਂ ਇੱਕ ਦਿਨ ਦੀਨ ਨੂੰ ਬੜੀ ਭੁੱਖ ਲੱਗਦੀ ਹੈ। ਉਹ ਦਾਤੀ ਚੁੱਕ ਕੇ ਇੱਕ ਕੱਕੜੀ ਨੂੰ ਚੀਰ ਲੈਂਦਾ ਵੀ ਇਹਨੂੰ ਖਾ ਕੇ ਮੈਂ ਆਪਣੀ ਭੁੱਖ ਮਿਟਾਵਾਂ। ਪਰ ਉਹਦੇ ਵਿੱਚੋਂ ਕੀ ਦੇਖਦਾ ਕਿ ਇੱਕ ਲਿਸ਼ਕਦੇ ਹੋਏ ਕੰਕਰ ਨਿਕਲਦੇ ਨੇ ਤੇ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਦੀਨ। ਫਿਰ ਉਹ ਮਤੀਰੇ ਨੂੰ ਦੇਖਦਾ, ਉਹਦੇ ਵਿੱਚੋਂ ਹੀ ਕੰਕਰ ਨਿਕਲਦੇ ਨੇ। ਫਿਰ ਇੱਦਾਂ 2-3 ਕੱਕੜੀਆਂ, 2-3 ਮਤੀਰੇ, ਜਦ ਸਭ ਦੇ ਵਿੱਚੋਂ ਹੀ ਇਹ ਲਿਸ਼ਕਦੇ ਹੋਏ ਕੰਕਰ ਉਹਨੂੰ ਨਜ਼ਰ ਆਉਂਦੇ ਨੇ ਤਾਂ ਉਹ ਹੈਰਾਨ ਵੀ ਹੁੰਦਾ। ਫਿਰ ਉਹ ਕੀ ਕਰਦਾ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਟੋਕਰੇ ਦੇ ਵਿੱਚ ਪਾ ਲੈਂਦਾ ਤੇ ਉਹ ਟੋਕਰੇ ਨੂੰ ਆਪਣੇ ਵਿਹੜੇ ਦੇ ਇੱਕ ਖੂੰਜੇ ਦੇ ਵਿੱਚ ਜਿਹੜਾ ਉਹਨਾਂ ਨੂੰ ਦੱਬ ਦਿੰਦਾ। ਤੇ ਇਹ ਗੱਲ ਉਹ ਆਪਣੇ ਤੱਕ ਹੀ ਰੱਖਦਾ, ਕਿਸੇ ਨੂੰ ਨਹੀਂ ਦੱਸਦਾ। ਉਹਨੂੰ ਇਹ ਡਰ ਵੀ ਹੁੰਦਾ ਕਿ ਮੇਰੇ ਭਰਾ ਭਰਜਾਈ ਜਾਂ ਕਿਸੇ ਹੋਰ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਮੇਰਾ ਮਜ਼ਾਕ ਉਡਾਉਣਗੇ। ਤਾਂ ਇੱਦਾਂ ਹੀ ਦੀਨ ਦੀ ਜ਼ਿੰਦਗੀ ਚੱਲਦੀ ਹੈ, ਪਹਿਲਾਂ ਵਾਂਗ ਹੀ ਉਹਦੀ ਜ਼ਿੰਦਗੀ ਗੁਜ਼ਰ ਰਹੀ ਹੈ। ਤਾਂ ਇੱਕ ਦਿਨ ਲੱਖੀ ਵਣਜਾਰਾ
ਉਹਦੀ ਝੌਂਪੜੀ ਦੇ ਬਾਹਰ ਤੰਬੂ ਆ ਕੇ ਤਾਣ ਲੈਂਦਾ। ਲੱਖੀ ਵਣਜਾਰਾ ਕੇਸਰ, ਕਸਤੂਰੀ, ਸੁੱਕੇ ਮੇਵੇ ਤੇ ਬਹੁਤ ਹੀ ਜਿਹੜੇ ਕੀਮਤੀ ਚੀਜ਼ਾਂ ਹੁੰਦੀਆਂ ਨੇ ਜਾਂ ਮਾਇਆ ਦਾ ਧਨੀ ਹੁੰਦਾ ਉਹ ਲੱਖੀ ਵਣਜਾਰਾ, ਤੇ ਰਾਜਿਆਂ ਮਹਾਰਾਜਾਂ ਦੇ ਨਾਲ ਉਹਦਾ ਵਾਸਤਾ ਹੁੰਦਾ ਤੇ ਉਹ ਆਪਣੇ ਮਨ ਚਾਹਾ ਜਿਹੜਾ ਹੈ ਉਹ ਭਾਅ ਚੀਜ਼ਾਂ ਦੇ ਲਾਉਂਦਾ ਹੈ। ਤਾਂ ਜਦ ਸ਼ਾਮ ਨੂੰ ਜਦ ਦੇਰ ਰਾਤ ਨੂੰ ਦੀਨ ਖੇਤੋਂ ਕੰਮ ਕਰਕੇ ਵਾਪਸ ਆਉਂਦਾ ਘਰੇ, ਤਾਂ ਲੱਖੀ ਵਣਜਾਰਾ ਕਿਸੇ ਨਾਲ ਗੱਲਾਂ ਕਰਨ ਦਾ ਇੱਛੁਕ ਹੁੰਦਾ ਉਸ ਸਮੇਂ। ਤਾਂ ਉਹ ਸੋਚਦਾ ਤਾਂ ਦੀਨ ਦੇ ਕੋਲ ਚਲਾ ਜਾਂਦਾ ਕਿ ਉਹਦੇ ਨਾਲ ਗੱਲਾਂ ਕਰਾਂ। ਤਾਂ ਦੀਨ ਦੀ ਕੋ ਝੌਂਪੜੀ ਦੇ ਵਿੱਚ ਨਾ ਦੀਵਾ ਹੁੰਦਾ ਨਾ ਬੱਤੀ, ਕੋਈ ਬੜਾ ਘੁੱਪ ਹਨੇਰਾ ਹੁੰਦਾ ਹੈ। ਤਾਂ ਜਦੋਂ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਵਿਹੜੇ ਦੇ ਇੱਕ ਖੂੰਜੇ ਦੇ ਵਿੱਚ ਦੀਨ ਨੂੰ ਕੁਛ ਚਮਕਦਾ ਹੋਇਆ ਕੁਛ ਰੌਸ਼ਨੀ ਨਜ਼ਰ ਆਉਂਦੀ ਹੈ। ਫਿਰ ਉਹ ਦੀਨ ਨੂੰ ਪੁੱਛਦਾ ਵੀ ਇਹ ਚਮਕ ਕਿੱਥੋਂ ਆ ਰਹੀ ਹੈ। ਦੀਨ ਦਾ ਜਵਾਬ ਉਹੀ ਹੁੰਦਾ ਕਿ ਇਹ ਲਿਸ਼ਕਦੇ ਹੋਏ ਕੰਕਰ ਨੇ, ਉਹਨਾਂ ਦਾ ਚਾਨਣਾ ਹੈ ਵੀ ਇਹ ਹਨੇਰੇ ਵਿੱਚ ਹੀ ਚਮਕਦੇ ਨੇ। ਤੇ ਲੱਖੀ ਵਣਜਾਰਾ ਹੈਰਾਨ ਹੁੰਦਾ। ਉਹ ਕਹਿੰਦਾ ਕਿ ਤੂੰ ਮੈਨੂੰ ਦਿਖਾ, ਮੈਨੂੰ ਹੀਰੇ ਮੋਤੀ ਮੈਂ ਦੇਖਣਾ ਚਾਹੁੰਦਾ ਵੀ ਉਹ ਕਹਿੰਦਾ ਵੀ ਕਿਹੜੇ ਕੰਕਰ ਨੇ, ਮੈਨੂੰ ਉਹ ਦਿਖਾ। ਤਾਂ ਜਦ ਉਹ ਦੇਖਦਾ ਤਾਂ ਉਹ ਹੀਰੇ ਮੋਤੀ ਹੁੰਦੇ ਨੇ। ਉਹ ਹੈਰਾਨ ਹੁੰਦਾ ਵੀ ਇਹੋ ਜਿਹਾ ਇਨਸਾਨ ਵੀ ਹੈ ਦੁਨੀਆ 'ਤੇ ਜਿਹੜਾ ਹੀਰੇ ਮੋਤੀਆਂ ਨੂੰ ਕੰਕਰ ਕਹਿ ਰਿਹਾ ਹੈ। ਤਾਂ ਫਿਰ ਉਹ ਦੀਨ ਹੈ ਜਿਹੜਾ ਉਹਨੂੰ ਇੱਕ ਇੱਕ ਦੋ ਦੋ ਕਰਕੇ ਮਤੀਰੇ ਤੇ ਕੱਕੜੀਆਂ ਚੀਰ ਕੇ ਵੀ ਦਿਖਾਉਂਦਾ ਤੇ ਉਹਨਾਂ ਦੇ ਵਿੱਚੋਂ ਵੀ ਸੇਮ ਉਹੀ ਜਿਹੜੇ ਹੀਰੇ ਮੋਤੀ ਉਹ ਨਿਕਲਦੇ ਨੇ। ਵਣਜਾਰਾ ਉਲਝਣ ਦੇ ਵਿੱਚ ਪੈ ਜਾਂਦਾ। ਉਹ ਸੋਚਦਾ, ਬੜਾ ਹੈਰਾਨ ਹੁੰਦਾ ਦੀਨ ਤੇ। ਫਿਰ ਵਣਜਾਰਾ ਉਹਨੂੰ ਸਮਝਾਉਂਦਾ ਵੀ ਤੂੰ ਜਦ ਬਾਜ਼ਾਰ ਵਿੱਚ ਜਾਏਗਾ ਇੱਕ ਮੋਹਰ ਦੇ ਬਦਲੇ ਤੂੰ ਜਿੰਨਾ ਵੀ ਮਰਜ਼ੀ ਸਮਾਨ ਚਾਹੇ ਉਹ ਖਰੀਦ ਸਕਦਾ। ਤੇ ਪਰ ਦੀਨ ਲਈ ਇਹ ਸਾਰਾ ਕੁਝ ਫਜ਼ੂਲ ਸੀ। ਉਹ ਕਹਿੰਦਾ ਕਿ ਨਾ ਰੋਟੀ ਤੋਂ ਬਿਨਾਂ ਵੀ ਖਾਣ ਵਾਲੀਆਂ ਚੀਜ਼ਾਂ ਤੋਂ ਬਿਨਾਂ ਜਿਹੜਾ ਹੋਰ ਕਿਸੇ ਚੀਜ਼ ਨਾਲ ਪੇਟ ਨਹੀਂ ਭਰਿਆ ਜਾ ਸਕਦਾ। ਤਾਂ ਫਿਰ ਅਖੀਰ 'ਤੇ 50 ਜਿਹੜੀਆਂ ਜਵਾਰ ਅਤੇ ਬਾਜਰੇ ਦੀਆਂ ਭਰੀਆਂ ਹੋਈਆਂ ਬੋਰੀਆਂ ਦੇ ਬਦਲੇ ਉਹ ਦੀਨ ਉਹਨੂੰ ਸਾਰੇ ਜਿਹੜੇ ਨੇ ਹੀਰੇ ਮੋਤੀ ਉਹ ਦੇ ਦਿੰਦਾ। ਤਾਂ ਜਦ ਹੀਰੇ ਮੋਤੀ ਲੈ ਕੇ ਵਣਜਾਰਾ ਜਾਂਦਾ ਹੈ ਤਾਂ ਉਹ ਕਦੇ ਦੀਨ ਬਾਰੇ ਸੋਚਦਾ, ਹੈਰਾਨ ਹੁੰਦਾ, ਅਤੇ ਕਦੇ ਆਪਣੇ ਸੁਭਾਅ ਬਾਰੇ ਸੋਚਦਾ। ਅਤੇ ਫਿਰ ਜਿਹੜਾ ਕਿਸਮਤ ਜਿਹੜੀ ਆ ਉਹ ਆਪਣਾ ਪੱਲੜਾ ਜਿਹੜਾ ਭਾਰੀ ਦੇਖਦੇ ਹੋਇਆ ਲੱਛਮੀ ਨੂੰ ਜਿਹੜੇ ਟੀਚਰਾਂ ਕਰਦੀ ਹੈ। ਅਤੇ ਲੱਖੀ ਵਣਜਾਰਾ ਜਦ ਰਾਜੇ ਬਾਰੇ ਸੋਚਦਾ ਜਾ ਰਿਹਾ ਹੁੰਦਾ, ਜਦ ਉਹ ਸੋਚਦਾ ਕਿ ਬੜਾ ਧਰਮੀ ਬੰਦਾ ਹੈ ਨਾ, ਅਤੇ ਇਨਸਾਫ ਕਰਨ ਵਾਲਾ ਹੈ। ਫਿਰ ਉਹਨੂੰ ਇੱਕ ਆਪਣੀ ਪੁਰਾਣੀ ਘਟਨਾ ਯਾਦ ਆਉਂਦੀ ਹੈ ਕਿ ਕਿਵੇਂ ਉਹ ਗਰੀਬ ਸੀਗਾ ਅਤੇ ਫਿਰ ਉਹਦੀ ਜਿਹੜੀ ਪਤਨੀ ਹੁੰਦੀ ਹੈ ਲੱਖੀ ਵਣਜਾਰੇ ਦੀ, ਉਹ ਵੀ ਕਿਸੇ ਜਿਹੜੇ ਧਨਾੜ ਦੇ ਨਾਲ ਚਲੀ ਜਾਂਦੀ ਹੈ ਉਹਨੂੰ ਛੱਡ ਕੇ। ਪਰ ਲੱਖੀ ਵਣਜਾਰਾ ਸੋਚਦਾ ਕਿ ਮੈਂ ਰਾਜੇ ਅੱਗੇ ਫਰਿਆਦ ਕਰਨ ਨਾਲੋਂ ਧਨ ਕਮਾਉਣ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਉਹ ਸੋਚਦਾ ਹੈ ਕਿ ਜੇ ਮੈਂ ਰਾਜੇ ਕੋਲ ਕਹਿ ਵੀ ਦਿੰਦਾ ਵੀ ਮੇਰੀ ਪਤਨੀ ਉਸ ਇਨਸਾਨ ਦੇ ਨਾਲ ਚਲੀ ਗਈ ਹੈ ਤਾਂ ਉਹ ਮੇਰੀ ਮਦਦ ਵੀ ਜ਼ਰੂਰ ਕਰਦਾ ਅਤੇ ਮੇਰੀ ਪਤਨੀ ਮੇਰੇ ਕੋਲ ਵਾਪਸ ਵੀ ਆ ਜਾਂਦੀ। ਕਹਿੰਦਾ ਪਰ ਮੈਂ ਇੱਦਾਂ ਨਹੀਂ ਕੀਤਾ। ਇਹ ਕਹਿੰਦੇ ਮੈਂ ਧਨ ਕਮਾਉਣ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਅਤੇ ਇੱਦਾਂ ਕਰਦੇ ਕਰਦੇ ਜਿਹੜੇ ਮੈਂ ਬਹੁਤ ਧਨ ਕਮਾਇਆ ਅਤੇ ਜ਼ਿਮੀਂਦਾਰ ਦੀ ਇੱਕ ਧੀ ਸੀ ਜਿਹੜੀ, ਉਹਦੇ ਨਾਲ ਮੇਰਾ ਵਿਆਹ ਹੋ ਗਿਆ। ਤਾਂ ਇੱਦਾਂ ਦੀਆਂ ਸੋਚਾਂ ਸੋਚਦਾ ਹੋਇਆ ਜਿਹੜਾ ਇਹ ਲੱਖੀ ਵਣਜਾਰਾ ਉਹ ਰਾਜੇ ਦੇ ਦਰਬਾਰ ਵਿੱਚ ਪਹੁੰਚਦਾ। ਉਹਨੂੰ ਸੋਨੇ ਦਾ ਭਰਿਆ ਹੋਇਆ ਥਾਲ ਜਿਹੜਾ ਰਾਜੇ ਨੂੰ ਭੇਂਟ ਕਰਦਾ ਅਤੇ ਉੱਥੇ ਹੀ ਰਾਜੇ ਦੇ ਨਾਲ ਉਹਦੀ ਧੀ ਰਾਜਕੁਮਾਰੀ ਜਾਣੀ ਕਿ ਉਹ ਵੀ ਬੈਠੀ ਹੁੰਦੀ ਹੈ। ਤਾਂ ਉਹ ਖਜ਼ਾਨਾ ਦੇਖ ਕੇ ਪੁੱਛਦੀ ਹੈ ਕਿ ਇਹ ਖਜ਼ਾਨਾ ਆਇਆ ਕਿੱਥੋਂ। ਰਾਜਾ ਵੀ ਗੁੱਸੇ 'ਚ ਪੁੱਛਦਾ ਹੈ ਕਿ ਇਹ ਖਜ਼ਾਨਾ ਕਿੱਥੋਂ ਆਇਆ। ਫਿਰ ਉਹ ਪੁੱਛਦੇ ਨੇ ਵੀ ਇਹ ਜਿਹਾ ਕਿਹੜਾ ਗੁਨਾਹ ਕੀਤਾ ਤੂੰ, ਇਹ ਜਿਹੀ ਕਿਹੜੀ ਭੁੱਲ ਕਰ ਦਿੱਤੀ ਹੈ ਜਿਹਦੇ ਬਦਲੇ ਤੂੰ ਇਹ ਜਿਹੜਾ ਸੋਨੇ ਦੇ ਥਾਲ ਭੇਂਟ ਕਰ ਰਿਹਾ। ਤਾਂ ਲੱਖੀ ਵਣਜਾਰਾ ਸੋਚ ਕੇ ਤਾਂ ਕੁਛ ਹੋਰ ਗਿਆ ਸੀ, ਉਹਨੂੰ ਐਂ ਸੀ ਰਾਜਾ ਖੁਸ਼ ਹੋਊਗਾ, ਪਰ ਉਹ ਡਰ ਵੀ ਡਰਦਾ। ਫਿਰ ਉਹ ਡਰ ਦੇ ਵਿੱਚ ਜਿਹੜਾ ਉਹ ਸਾਰਾ ਸੱਚ ਉਹਨੂੰ ਦੱਸ ਦਿੰਦਾ, ਦੀਨ ਬਾਰੇ, ਕਿਵੇਂ ਉਹਨੂੰ ਹੀਰੇ ਮੋਤੀ ਮਿਲੇ, ਸਭ ਕੁਝ। ਤਾਂ ਰਾਜਕੁਮਾਰੀ ਹੁੰਦੀ ਹੈ ਜਿਹੜੀ, ਉਹਨੂੰ ਕੋਈ ਵਰ ਨਹੀਂ ਸੀ ਪਸੰਦ ਆ ਰਿਹਾ ਹੁੰਦਾ ਅਤੇ ਦੀਨ ਵਰਗੇ ਆਦਮੀ ਬਾਰੇ ਜਾਣ ਕੇ ਜਿਹੜਾ ਉਹ ਰਾਜੇ ਨੂੰ ਕਹਿੰਦੀ ਹੈ ਵੀ ਤੂੰ ਇਹਨੂੰ ਮਾफ़ ਕਰ ਦੇ, ਵੀ ਇਹਦੇ ਵਿੱਚ ਇਹਦੀ ਕੋਈ ਗਲਤੀ ਨਹੀਂ ਹੈ। ਫਿਰ ਉਹ ਕਹਿੰਦੀ ਹੈ ਕਿ ਜੇ ਇਹ ਆ ਕੇ ਆਪਾਂ ਨੂੰ ਇਹ ਗੱਲਾਂ ਨਾ ਦੱਸਦਾ ਤਾਂ ਮੈਨੂੰ ਦੀਨ ਵਰਗੇ ਜਵਾਨ ਦੀ ਜਿਹੜੀ ਹੈ ਦੱਸ ਨਾ ਪੈਂਦੀ। ਤਾਂ ਫਿਰ ਉਹ ਕਹਿੰਦੀ ਹੈ ਰਾਜੇ ਨੂੰ ਕਿ ਮੈਂ ਜੇ ਵਿਆਹ ਕਰਵਾਉਂਗੀ ਤਾਂ ਸਿਰਫ ਦੀਨ ਨਾਲ ਹੀ, ਵੀ ਹੋਰ ਕਿਸੇ ਨਾਲ ਨਹੀਂ। ਰਾਜਾ ਵੀ ਖੁਸ਼ ਹੋ ਜਾਂਦਾ ਕਿਉਂਕਿ ਉਹਦੀ ਧੀ ਨੂੰ ਜਿਹੜਾ ਕੋਈ
ਪਸੰਦ ਨਹੀਂ ਸੀ ਆ ਰਿਹਾ ਹੁਣ ਤੱਕ। ਉਹ ਕਹਿੰਦਾ ਕਿ ਮੇਰੀ ਬੜੀ ਸਮਝਦਾਰ ਧੀ ਹੈ, ਵੀ ਇਹ ਕੁਆਰੀ ਕਿਉਂ ਰਹੇ ਹੈ ਨਾ। ਤਾਂ ਫਿਰ ਉਹ ਝਟਪਟ ਜਿਹੜਾ ਲੱਖੀ ਵਣਜਾਰੇ ਦੇ ਹੱਥ ਦੀਨ ਲਈ ਜਿਹੜਾ ਸਾਹਾ ਭੇਜ ਦਿੰਦਾ। ਹੁਣ ਜਦ ਢੋਲ ਨਗਾਰਿਆਂ ਦੇ ਨਾਲ ਲੱਖੀ ਵਣਜਾਰਾ ਪਿੰਡ ਪਹੁੰਚਦਾ, ਸਾਰਿਆਂ ਤੱਕ ਇਹ ਖਬਰ ਪਹੁੰਚ ਜਾਂਦੀ ਹੈ ਕਿ ਰਾਜਕੁਮਾਰੀ ਦਾ ਰਿਸ਼ਤਾ ਦੀਨ ਨਾਲ ਹੋਣ ਜਾ ਰਿਹਾ। ਤਾਂ ਸਾਰੇ ਸੁਣ ਕੇ ਹੈਰਾਨ ਹੁੰਦੇ ਨੇ। ਹੁਣ ਉੱਥੇ ਹੀ ਦੌਲਤ ਤੇ ਉਸਦੀ ਬੀਵੀ ਨੂੰ ਵੀ ਇਸ ਗੱਲ ਦਾ ਪਤਾ ਚੱਲਦਾ ਤੇ ਉਹ ਅੰਦਰੋਂ ਡਰ ਵੀ ਜਾਂਦੇ ਨੇ। ਤੇ ਇਹ ਇਸੇ ਚੱਕਰ ਦੇ ਵਿੱਚ ਉਹ ਕੀ ਕਰਦੇ ਨੇ, ਲੱਖੀ ਵਣਜਾਰੇ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨੂੰ ਦੀਨ ਦੇ ਖਿਲਾਫ ਲੱਖੀ ਵਣਜਾਰੇ ਨੂੰ ਗਲਤ ਜਿਹੜੀਆਂ ਗੱਲਾਂ ਦੱਸਦੇ ਨੇ, ਨਿੰਦਾ ਚੁਗਲੀ ਉਹਨਾਂ ਦੀ ਕਰਦੇ ਨੇ। ਪਰ ਵਣਜਾਰਾ ਕਹਿੰਦਾ ਕਿ ਮੈਂ ਰਾਜੇ ਦਾ ਹੁਕਮ ਨਹੀਂ ਟਾਲ ਸਕਦਾ। ਭਾਬੀ ਡਰ ਜਾਂਦੀ ਹੈ ਉਹਦੀ ਦੀਨ ਦੀ ਕਿ ਰਾਜੇ ਦਾ ਜਵਾਈ ਬਣ ਕੇ ਖਬਰੇ ਸਾਡੇ ਤੋਂ ਬਦਲਾ ਹੀ ਲਵੂਗਾ। ਤਾਂ ਕਾਫੀ ਕੋਸ਼ਿਸ਼ਾਂ ਕਰਦੀਆਂ ਨੇ ਉਹ ਵੀ, ਪਰ ਵਣਜਾਰਾ ਆਪਣੀ ਗੱਲ 'ਤੇ ਜਿਹੜਾ ਕਾਇਮ ਰਹਿੰਦਾ ਤੇ ਦੋਨੇ ਜਾਣੇ ਨੇ ਫਿਰ ਉਹ ਚੁੱਪ ਹੋ ਜਾਂਦੇ ਨੇ। ਫਿਰ ਦੀਨ ਜਿਹੜਾ ਵਣਜਾਰੇ ਨੂੰ ਕਹਿੰਦਾ ਹੈ ਕਿ ਜੇ ਮੇਰੇ ਤੋਂ ਕੋਈ ਕਸੂਰ ਹੋ ਗਿਆ ਤਾਂ ਮੈਨੂੰ ਰਾਜਾ ਦੰਡ ਦੇ ਦੇਵੇ, ਪਰ ਜ਼ਬਰਦਸਤੀ ਆਪਣੀ ਧੀ ਨਾਲ ਵਿਆਹ ਤਾਂ ਨਾ ਕਰਵਾਵੇ। ਫਿਰ ਉਹ ਕਹਿੰਦਾ, ਦਲੀਲ ਦਿੰਦਾ ਇੱਕ ਕਿ ਰਾਜਕੁਮਾਰੀ ਇੱਕ ਔਰਤ ਹੀ ਹੈ, ਚਾਹੇ ਬੇਸ਼ੱਕ ਰਾਜੇ ਦੀ ਧੀ ਹੈ, ਚਾਹੇ ਰਾਜਕੁਮਾਰੀ ਹੈ, ਪਰ ਹੈ ਤਾਂ ਇੱਕ ਔਰਤ। ਜੇ ਮੇਰੀ ਭਾਬੀ ਵਰਗੀ ਨਿਕਲ ਗਈ ਉਹ ਵੀ, ਤਾਂ ਮੇਰੀ ਤਾਂ ਕਹਿੰਦਾ ਜ਼ਿੰਦਗੀ ਜਮੇ ਹੀ ਹੈਰਾਨ ਹੀ ਹੋ ਜੂਗੀ। ਤਾਂ ਇਹ ਗੱਲ ਸੁਣ ਕੇ ਉਹਦੀ ਭਾਬੀ ਨੂੰ ਵੀ ਗੁੱਸਾ ਆਉਂਦਾ, ਪਰ ਉਸ ਸਮੇਂ ਉਹ ਕੁਝ ਕਹਿ ਨਹੀਂ ਸਕਦੀ ਹੁੰਦੀ। ਤੇ ਬੜੀਆਂ ਕੋਸ਼ਿਸ਼ਾਂ ਕਰਕੇ ਸਾਰੇ ਫਿਰ ਜਿਹੜੇ ਆ ਵਣਜਾਰਾ ਕੋਸ਼ਿਸ਼ ਕਰਦਾ ਤੇ ਦੀਨ ਨਾ ਨੁੱਕਰ ਕਰੀ ਜਾਂਦਾ ਰਿਸ਼ਤੇ ਨੂੰ। ਤੇ ਲੱਖੀ ਵਣਜਾਰੇ ਨੇ ਜਿਹੜੇ ਹਰ ਜਗ੍ਹਾ 'ਤੇ ਰਾਜਕੁਮਾਰੀ ਦੇ ਲਈ ਜੋੜ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਇਹੋ ਜਿਹਾ ਦੀਨ ਵਰਗਾ ਜਿਹੜਾ ਇਹ ਜੋੜ ਉਹ ਕਦੇ ਨਹੀਂ ਸੀ ਉਹਨੇ ਦੇਖਿਆ ਜਾਂ ਉਹਨੂੰ ਮਿਲਿਆ। ਤਾਂ ਉਹਨੇ ਮੌਕਾ ਸੰਭਾਲਦੇ ਜਿਹੜਾ ਦੀਨ ਨੂੰ ਥੋੜ੍ਹਾ ਡਰਾਉਣ ਦੀ ਕੋਸ਼ਿਸ਼ ਕੀਤੀ, ਖਬਰਾਂ ਡਰ ਵਸ ਜਿਹੜਾ ਇਹ ਹਾਮੀ ਭਰ ਦੇਵੇ ਵਿਆਹ ਲਈ। ਤਾਂ ਫਿਰ ਉਹ ਉਹਨੂੰ ਡਰਾਉਂਦਾ ਦੀਨ ਨੂੰ ਕਿ ਜੇ ਤੂੰ ਰਿਸ਼ਤਾ ਕਬੂਲ ਨਾ ਕੀਤਾ ਤਾਂ ਰਾਜਾ ਜਿਹੜਾ ਜਿਉਂਦੇ ਨੂੰ ਹੀ ਜਿਹੜਾ ਕੰਧ ਵਿੱਚ ਚਿਣਵਾ ਦੂਗਾ। ਤਾਂ ਦੀਨ ਨੂੰ ਹੁਣ ਕਿਸੇ ਗੱਲ ਦਾ ਕੀ ਡਰ। ਦੀਨ ਫਿਰ ਹੱਸ ਕੇ ਕਹਿੰਦਾ ਵੀ ਹੁਣ ਤੱਕ ਤਾਂ ਮੈਨੂੰ ਸਾਰੇ ਤੂੰ ਕਹਿ ਕੇ ਬੁਲਾਉਂਦੇ ਸੀ, ਜਦ ਤੋਂ ਰਾਜਕੁਮਾਰੀ ਦੇ ਰਿਸ਼ਤੇ ਦੀ ਗੱਲ ਸੁਣੀ ਹੈ ਤਾਂ ਮੈਨੂੰ ਸਾਰੇ ਜਿਹੜੇ ਨੇ ਤੁਸੀਂ ਕਹਿੰਦੇ ਨੇ। ਫਿਰ ਉਹ ਕਹਿੰਦਾ, ਜਵਾਬ ਦਿੰਦਾ ਉਹਨੂੰ ਉਹਦੀ ਗੱਲ ਦਾ ਕਿ ਮੌਤ ਤੋਂ ਕਿਉਂ ਡਰਾਉਂਦਾ ਮੈਨੂੰ, ਕੰਧ ਵਿੱਚ ਚਿਣਵਾ ਕੇ ਚਿਣਵਾ ਦੇਣ ਦਾ ਹੁਕਮ ਜਿਹੜਾ ਸੁਣਾਉਣ ਵਾਲਾ ਬੰਦਾ ਉਹ ਆਪ ਵੀ ਤਾਂ ਕਦੇ ਨਾ ਕਦੇ ਮਰੂਗਾ ਹੀ। ਤਾਂ ਵਣਜਾਰਾ ਜਿਹੜਾ ਤੇ ਉਹਨੂੰ ਕਹਿੰਦਾ ਵੀ ਤੂੰ ਵੀ ਸਾਰਾ ਜਿਹੜਾ ਹੈ ਵੀ ਸਾਹਾ ਫੜ ਕੇ ਜਿਹੜਾ ਤੂੰ ਵੀ ਵਣਜਾਰੇ ਨੂੰ ਦੀਨ ਕਹਿੰਦਾ ਵੀ ਤੂੰ ਵੀ ਜਿਹੜਾ ਸਾਹਾ ਫੜ ਕੇ ਤੁਰ ਪਿਆ ਪਾਗਲਾਂ ਦੇ ਵਾਂਗ, ਵੀ ਨਾ ਕੁਝ ਸੋਚਿਆ ਨਾ ਕੁਝ ਵਿਚਾਰਿਆ। ਤੇ ਵਣਜਾਰਾ ਜਿਹੜਾ ਉਹਨੂੰ ਪਤਾ ਸੀ ਕਿ ਇਹੀ ਜਵਾਬ ਮਿਲੂਗਾ ਮੈਨੂੰ। ਤਾਂ ਫਿਰ ਉਹ ਕਾਫੀ ਕੋਸ਼ਿਸ਼ਾਂ ਕਰਦਾ, ਫਿਰ ਉਹਦੇ ਭਰਾ ਨੂੰ ਕਹਿੰਦਾ, ਫਿਰ ਉਹਦਾ ਭਰਾ ਜਿਹੜਾ ਹੈ ਦੀਨ ਨੂੰ ਮਨਾਉਂਦਾ ਹੈ। ਤਾਂ ਦੀਨ ਜਿਹੜਾ ਹਾਂ ਕਹਿੰਦਾ, ਫਿਰ ਉਹ ਸ਼ਰਤ ਰੱਖਦਾ ਕਿ ਮੈਂ ਜੰਝ ਲੈ ਕੇ ਜਿਹੜਾ ਮੈਂ ਪੈਦਲ ਜਾਊਂਗਾ। ਤਾਂ ਵੀ ਹਾਥੀ 'ਤੇ ਨਹੀਂ ਮੈਂ ਬੈਠੂੰਗਾ, ਜੰਝ ਮੈਂ ਪੈਦਲ ਜਾਊਂਗਾ। ਵੀ ਹਾਥੀ 'ਤੇ ਬੈਠਾ ਤਾਂ ਬੰਦਾ ਕਹਿੰਦਾ ਡੱਡੂ ਲੱਗਦਾ, ਵੀ ਹਾਥੀ ਦਿਖਦਾ ਏ ਬੰਦਾ ਨਜ਼ਰ ਨਹੀਂ ਆਉਂਦਾ ਕਿਤੇ। ਤਾਂ ਇਹ ਗੱਲ ਰਾਜਕੁਮਾਰੀ ਤੇ ਰਾਜੇ ਤੱਕ ਵੀ ਪਹੁੰਚ ਜਾਂਦੀ ਹੈ। ਉਹ ਬੜੇ ਖੁਸ਼ ਹੁੰਦੇ ਨੇ ਇਹ ਗੱਲ ਸੁਣ ਕੇ। ਤੇ ਫਿਰ ਕਾਫੀ ਦਲੀਲਾਂ ਚੱਲਦੀਆਂ ਨੇ, ਗੱਲਾਂ ਹੁੰਦੀਆਂ ਨੇ ਦੌਲਤ ਦੇ ਉਹਦੇ ਭਰਾ ਛੋਟੇ ਦੀਨ ਦੇ ਵਿੱਚ। ਫਿਰ ਉਹਦੀ ਭਾਬੀ ਵੀ ਵਿੱਚ ਬੋਲਦੀ ਹੈ ਹੈ ਨਾ। ਤੇ ਵਿੱਚ ਹੀ ਜਿਹੜਾ ਦੌਲਤ ਕਹਿੰਦਾ ਦੀਨ ਨੂੰ ਵੀ ਤੂੰ ਰਾਜੇ ਦਾ ਜਵਾਈ ਬਣ ਕੇ ਨਾ ਤੂੰ ਹੈ ਨਾ ਜਿਵੇਂ ਤੇਰੀ ਮਰਜ਼ੀ ਹੋਈ, ਤੇ ਰਾਜੇ ਨੂੰ ਤੂੰ ਕਹਿ ਕੇ ਮੇਰੇ ਨਾਮ ਜਿਹੜੇ ਨੇ 12 ਪਿੰਡਾਂ ਦੇ ਪੱਟੇ ਲਿਖਾ ਦੀ। ਤੇ ਵੱਡਾ ਭਰਾ ਉਹਨੂੰ ਇਹ ਕਹਿੰਦਾ। ਫਿਰ ਜਿਹੜਾ ਹੈ ਦੀਨ ਜਿਹੜਾ ਬੜੇ ਨਿਮਰਤਾ ਦੇ ਨਾਲ ਮਾਫੀ ਮੰਗਣ ਦੇ ਲਹਿਜ਼ੇ ਦੇ ਵਿੱਚ ਕਹਿੰਦਾ ਵੀ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਆਪਣਾ ਸਿਰ ਕੱਟ ਕੇ ਵੀ ਤੁਹਾਡੇ ਕਦਮਾਂ ਦੇ ਵਿੱਚ ਰੱਖ ਸਕਦਾ, ਪਰ ਮੈਨੂੰ ਇਹ ਗੱਲ ਦੱਸੋ ਕਿ ਕੀ ਤੁਸੀਂ ਜ਼ਿਮੀਂਦਾਰਾਂ ਦੀ ਤਰ੍ਹਾਂ ਹੱਥ 'ਤੇ ਹੱਥ ਧਰ ਕੇ ਬੈਠੇ ਹਰਾਮ ਦੀ ਕਮਾਈ ਜਿਹੜੀ ਆ ਉਹ ਪਚਾ ਲਓਗੇ। ਤਾਂ ਦੌਲਤ ਜਦ ਕਿ ਜਵਾਬ ਦਿੰਦਾ ਤਾਂ ਇਸ ਤੋਂ ਪਹਿਲਾਂ ਹੀ ਭਾਬੀ ਜਿਹੜੀ ਆ ਉਹ ਜਵਾਬ ਦਿੰਦੀ ਹੈ ਵੀ ਪਹਿਲਾਂ ਤੇਰਾ ਵਿਆਹ ਤਾਂ ਹੋ ਲੈਂਦੇ, ਬਾਕੀ ਦੀਆਂ ਗੱਲਾਂ ਫਿਰ ਬਾਅਦ ਵਿੱਚ ਦੇਖਾਂਗੇ। ਫਿਰ ਉਹ ਉਹਨੂੰ ਜਿਹੜੀਆਂ ਡਾਂਟਦੇ ਹੋਏ ਵੀ ਕਹਿੰਦੀ ਹੈ ਵੀ ਤੇਥੋਂ ਵੱਡੇ ਨੇ ਇਹ, ਵੀ ਤੈਨੂੰ ਸੰਗ ਆਉਣੀ ਚਾਹੀਦੀ ਹੈ। ਸਿੱਖਿਆ ਦਿੰਦੇ ਇਹਨਾਂ ਨੂੰ ਵੀ ਚਾਹੇ ਤੂੰ 100 ਵਾਰ ਜਵਾਈ ਬਣ ਜੀ ਰਾਜੇ ਦਾ, ਪਰ ਰਹੇਗਾ ਤੂੰ ਇਹਨਾਂ ਤੋਂ ਆਪਣੇ ਭਰਾ ਤੋਂ ਛੋਟਾ ਹੀ। ਫਿਰ ਦੀਨ ਬਾੜੀ ਬਹਿਸ ਨਹੀਂ ਕਰਦਾ।
ਫਿਰ ਉਹ ਵਣਜਾਰੇ ਨੂੰ ਕਹਿੰਦਾ ਦੀਨ ਵੀ ਇਹ ਜੀ ਕਿਹੜੀ ਕੁਲੱਖਣੀ ਘੜੀ ਸੀ ਜਿਹੜੇ ਵੇਲੇ ਤੂੰ ਆ ਕੇ ਮੇਰੇ ਜਿਹੜੇ ਵਿਹੜੇ 'ਚ ਆ ਕੇ ਤੰਬੂ ਤਾਣਿਆ ਅਤੇ ਮੇਰੇ 'ਤੇ ਜਿਹੜੀ ਇਹ ਬਿਪਤਾ ਆ ਗਈ। ਚੱਲ ਕਹਿੰਦਾ ਵੀ ਚੱਲ ਕੋਈ ਨਾ, ਹੁਣ ਹੋਰ ਕੋਈ ਚਾਰਾ ਹੀ ਨਹੀਂ ਹੈਗਾ ਅਤੇ ਇਹਨੂੰ ਮੈਂ ਬੁਰੇ ਸੁਪਨੇ ਦੀ ਤਰ੍ਹਾਂ ਇਹਨੂੰ ਬਰਦਾਸ਼ਤ ਕਰ ਲਾਂਗਾ। ਅਤੇ ਫਿਰ ਉਹ ਮਹਿਲਾਂ ਵੱਲ ਨੂੰ ਚੱਲ ਪੈਂਦੇ ਨੇ ਪੈਦਲ ਹੀ। ਅਤੇ ਜਿਵੇਂ ਕਿ ਰਾਜੇ ਅਤੇ ਰਾਣੀ ਤੱਕ, ਰਾਜਕੁਮਾਰੀ ਤੱਕ ਇਹ ਗੱਲ ਪਹਿਲਾਂ ਹੀ ਪਹੁੰਚ ਗਈ ਸੀ ਕਿ ਉਹਨੇ ਹਾਥੀ 'ਤੇ ਬੈਠਣ ਤੋਂ ਇਨਕਾਰ ਕਰਤਾ ਸੀਗਾ। ਅਤੇ ਰਾਜਾ ਅਤੇ ਜਿਹੜੀ ਹੈ ਰਾਜਕੁਮਾਰੀ ਹੋਏ ਇਸ ਗੱਲ ਤੋਂ ਬੜੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਹੁਣ ਜਦ ਪੈਦਲ ਤੁਰ ਕੇ ਜਾ ਰਹੇ ਸੀ ਤਾਂ ਕਾਫੀ ਮਹਿਲਾਂ ਤੱਕ ਪਹੁੰਚਦੇ ਪਹੁੰਚਦੇ ਮਿੱਟੀ ਘੱਟੇ ਨਾਲ ਲਿਬੜ ਚੁੱਕੇ ਸੀ ਉਹਨਾਂ ਦੇ ਕੱਪੜੇ। ਤਾਂ ਉਹਨਾਂ ਨੂੰ ਇਸ਼ਨਾਨ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਅਤੇ ਦੀਨ ਨੂੰ ਇਸ਼ਨਾਨ ਕਰਵਾਉਣ ਲਈ ਬਾਂਦੀਆਂ ਭੇਜੀਆਂ ਗਈਆਂ ਨੇ। ਤਾਂ ਫਿਰ ਉਹ ਉਹਨਾਂ ਨੂੰ ਮੋੜ ਦਿੰਦਾ ਇਹ ਕਹਿ ਕੇ ਵੀ ਮੈਂ ਆਪ ਨਹਾ ਲੂੰਗਾ, ਆਪ ਹੀ ਖੂਹ 'ਚੋਂ ਪਾਣੀ ਕੱਢ ਲੂੰਗਾ, ਮੇਰੇ ਹੱਥ ਪੈਰ ਕਹਿੰਦਾ ਚੱਲਦੇ ਨੇ, ਮੈਂ ਮੈਂ ਬਿਮਾਰ ਹਾਂ, ਹੈ ਨਾ, ਮੇਰੇ ਅੰਗ ਪੈਰ ਸਹੀ ਸਲਾਮਤ ਨੇ। ਉਹ ਇਹ ਕਹਿ ਕੇ ਉਹਨੂੰ ਮੋੜ ਦਿੰਦੇ ਨੇ। ਅਤੇ ਬਾਂਦੀਆਂ ਜਿਹੜੀਆਂ ਨੇ ਉਹ ਦੀਨ ਦੀ ਗੱਲ ਸੁਣ ਕੇ ਉਹਦਾ ਮਜ਼ਾਕ ਉਡਾਉਂਦੀਆਂ ਨੇ। ਉਹ ਕਹਿੰਦੀਆਂ ਨੇ ਕਿ ਇਹੋ ਜਿਹਾ ਵਰ ਲੱਭਿਆ ਵੀ ਇਹਨੇ ਤਾਂ ਰਾਜੇ ਅਤੇ ਰਾਜਕੁਮਾਰੀ ਦੇ ਜਿਹੜੇ ਨੇ ਉਹ ਭਾਗ ਹੀ ਫੁੱਟ ਦਿੱਤੇ ਨੇ। ਫਿਰ ਉਹ ਜਦ ਰੇਸ਼ਮੀ ਕੱਪੜੇ ਲੈ ਕੇ ਆਉਂਦੀਆਂ ਨੇ ਫਿਰ ਉਹਨਾਂ ਨੂੰ ਵੀ ਦੀਨ ਜਿਹੜਾ ਮੋੜ ਦਿੰਦਾ। ਉਹ ਕਹਿੰਦਾ ਕਿ ਮੇਰੇ ਕੋਲ ਮੇਰੇ ਦੇਸੀ ਕੱਪੜੇ ਹੈਗੇ ਨੇ, ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਫਿਰ ਉਹ ਇੱਥੇ ਬੜੀ ਵਧੀਆ ਗੱਲ ਕਹਿੰਦਾ ਵੀ ਰੇਸ਼ਮੀ ਕੱਪੜਿਆਂ ਨਾਲ ਜਿਹੜਾ ਇਹ ਜਾਂ ਦੇਹ ਨੂੰ ਸ਼ਿੰਗਾਰਨ ਨਾਲ ਜਿਹੜਾ ਆਦਮੀ ਗੁਣਵਾਨ ਨਹੀਂ ਹੁੰਦਾ। ਇਹ ਬੜੀ ਵਧੀਆ ਗੱਲ ਕਹਿੰਦਾ ਉਹ। ਤਾਂ ਰੇਸ਼ਮੀ ਕੱਪੜੇ ਵਾਪਸ ਮੋੜ ਦਿੰਦਾ ਉਹ। ਅਤੇ ਰਾਜਕੁਮਾਰੀ ਨੂੰ ਇਹ ਵੀ ਗੱਲ ਦਾ ਵੀ ਪਤਾ ਚੱਲ ਜਾਂਦਾ ਤਾਂ ਉਹ ਬੜੀ ਖੁਸ਼ ਹੁੰਦੀ ਹੈ। ਪਰ ਲੋਕ ਨੇ ਜਿਹੜੇ ਅੰਦਰ ਘੁੱਟਦੇ ਰਹਿੰਦੇ ਨੇ। ਉਸ ਤੋਂ ਫੇਰਿਆਂ ਤੋਂ ਪਹਿਲਾਂ ਹੀਰੇ ਮੋਤੀ ਨਾ ਜੜੇ ਹੋਏ ਜਿਹੜੇ ਮਹਿਲ ਹੁੰਦਾ ਉਹਦੇ ਵਿੱਚ ਬਾਂਦੀਆਂ ਨੂੰ ਲੈ ਕੇ ਜਾਂਦੀਆਂ ਨੇ। ਇਤਰ ਫਲੇਲ ਦੀ ਸੁਗੰਧ ਆ ਰਹੀ ਹੈ ਨਾ, ਸਾਰਾ ਮਾਹੌਲ ਜਾਣੀ ਬੜਾ ਖੁਸ਼ਨੁਮਾ ਬਣਾਇਆ ਹੁੰਦਾ ਉਹਨਾਂ ਨੇ। ਪਰ ਦੀਨ ਨੂੰ ਜਿਹੜਾ ਇਸ ਸਭ ਦੀ ਆਦਤ ਨਹੀਂ ਹੁੰਦੀ, ਬੜਾ ਸਿੱਧਾ ਸਧਾਰਨ ਜਿਹਾ ਹੁੰਦਾ ਉਹ। ਤਾਂ ਉਹ ਅੰਦਰ ਵੜਦੇ ਹੀ ਕਹਿੰਦਾ ਕਿ ਮੇਰੇ ਤਾਂ ਸਿਰ ਨੂੰ ਚੜ੍ਹ ਰਹੀ ਹੈ, ਚੱਕਰ ਆ ਰਹੇ ਨੇ। ਮੂੰਹ 'ਤੇ ਕੱਪੜਾ ਰੱਖ ਕੇ ਕਹਿੰਦਾ ਵੀ ਕੋਈ ਬਿੱਲੀ ਮਰੀ ਹੋਈ ਪਈ ਲੱਗਦੀ ਹੈ ਇੱਥੇ। ਅਤੇ ਬਾਂਦੀਆਂ ਹੱਸਦੀਆਂ ਨੇ, ਮਜ਼ਾਕ ਉਡਾਉਂਦੀਆਂ ਨੇ ਵੀ ਕਿਵੇਂ ਦੀਆਂ ਗੱਲਾਂ ਕਰ ਰਿਹਾ ਇਹ। ਤਾਂ ਦੀਨ ਅੱਗੇ ਫਿਰ ਕਹਿੰਦਾ ਵੀ ਮੈਂ ਤੁਹਾਨੂੰ ਕਿਵੇਂ ਸਮਝਾਵਾਂ। ਬਾਂਦੀਆਂ ਨੂੰ ਕਹਿੰਦਾ ਮੈਂ ਤੁਹਾਨੂੰ ਕਿਵੇਂ ਸਮਝਾਵਾਂ, ਤੁਸੀਂ ਸਮਝਣਾ ਨਹੀਂ ਚਾਹੁੰਦੀਆਂ। ਆਦਮੀ ਦੇ ਗੁਣਾਂ ਤੋਂ ਵੱਧ ਕਹਿੰਦਾ ਕੋਈ ਮੁੱਲਵਾਨ ਖੁਸ਼ਬੂ ਨਹੀਂ ਹੁੰਦੀ। ਫਿਰ ਉਹ ਕਹਿੰਦਾ ਕਿ ਮਲ ਦੀ ਮੈਲ ਜਿਹੜੀ ਹੈ ਸਾਫ਼ ਨਹੀਂ ਹੁੰਦੀ, ਬਾਹਰੋਂ ਦੇਹ ਨੂੰ ਸ਼ਿੰਗਾਰਨ ਨਾਲ ਮਨ ਦੀ ਅੰਦਰਲੀ ਮੈਲ ਹੈ ਜਿਹੜੀ ਉਹ ਸਾਫ਼ ਨਹੀਂ ਹੁੰਦੀ। ਅਤੇ ਦਰਬਾਰੀਆਂ ਵਿੱਚੋਂ ਜਿਹੜਾ ਉਹ ਕਹਿੰਦਾ ਕਿ ਮੈਨੂੰ ਸੂੰਘ ਆਉਂਦੀ ਹੈ। ਫਿਰ ਉਹ ਕਹਿੰਦਾ ਕਿ ਮੈਨੂੰ ਨਿੰਮ ਦੇ ਜਿਹੜਾ ਹੇਠਾਂ ਬੈਠ ਲੈਣ ਦਿਓ, ਵੀ ਨਹੀਂ ਤਾਂ ਮੇਰਾ ਇੱਥੇ ਦਮ ਘੁੱਟ ਜਾਣਾ। ਅਤੇ ਬਾਂਦੀਆਂ ਜਿਹੜੀਆਂ ਉਹਨਾਂ ਨੂੰ ਉਹ ਡਰਦੀਆਂ ਸੀਗੀਆਂ ਕਿ ਜੇ ਨਾ ਮਨਜ਼ੂਰ ਕੀਤਾ ਰਾਜੇ ਦੇ ਹੁਕਮ ਨੂੰ ਵੀ ਸਾਡੀ ਸ਼ਾਮਤ ਆ ਜਾਣੀ ਹੈ। ਪਰ ਦੀਨ ਆਪਣੀ ਗੱਲ 'ਤੇ ਬਜ਼ਿੱਦ ਸੀਗਾ। ਅਤੇ ਉਸ ਤੋਂ ਬਾਅਦ ਰਾਜਾ ਅਤੇ ਰਾਣੀ ਰਾਜਕੁਮਾਰੀ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪਤਾ ਚੱਲ ਜਾਂਦੀਆਂ ਨੇ। ਤਾਂ ਉਹ ਬੜੇ ਖੁਸ਼ ਹੁੰਦੇ ਨੇ ਕਿ ਅਸੀਂ ਬੜਾ ਜਿਹੜਾ ਨਿਮਰਤਾ ਵਾਲਾ ਜਿਹੜਾ ਇਨਸਾਨ ਹੈ ਜਿਹੜਾ ਉਹਨੂੰ ਆਪਣੇ ਜਵਾਈ ਦੇ ਰੂਪ ਵਿੱਚ ਚੁਣਿਆ। ਅਤੇ ਰਾਜੇ ਨੇ ਸੋਚਿਆ ਕਿ ਅੱਧਾ ਰਾਜ ਮੈਂ ਆਪਣੇ ਜਵਾਈ ਨੂੰ ਦੇ ਦਾਂ। ਦੀਨ ਸੁਣ ਲੈਂਦਾ, ਉਹਦਾ ਮਨ ਤਾਂ ਕੁਸੈਲਾ ਹੁੰਦਾ ਇੱਕ ਵਾਰ, ਪਰ ਕਾਬੂ ਪਾ ਕੇ ਮਨ 'ਤੇ ਫਿਰ ਰਾਜਕੁਮਾਰੀ ਨੂੰ ਕਹਿੰਦਾ ਕਿ ਮੈਂ ਵਿਆਹ ਲਈ ਹਾਂ ਇਸ ਲਈ ਕੀਤੀ ਸੀ ਕਿਉਂਕਿ ਰਾਜਕੁਮਾਰੀ ਦੇ ਗੁਣ ਦੇਖ ਕੇ ਵੀ ਇਹ ਤੋਂ ਵੀ ਇਸ ਤੋਂ ਵੱਧ ਮੈਨੂੰ ਕੋਈ ਠਾਠ ਬਾਠ ਕੁਛ ਨਹੀਂ ਚਾਹੀਦਾ। ਅਤੇ ਇਹ ਗੱਲ ਸੁਣ ਕੇ ਉਹ ਰਾਜਾ ਰਾਣੀ ਅਤੇ ਰਾਜਕੁਮਾਰੀ ਹੋਰ ਵੀ ਪ੍ਰਸੰਨ ਹੋ ਜਾਂਦੇ ਨੇ। ਪਰ ਦੂਜੇ ਪਾਸੇ ਰਾਜਾ ਅਤੇ ਰਾਣੀ ਇੱਕ ਉਲਝਣ ਦੇ ਵਿੱਚ ਵੀ ਪੈ ਜਾਂਦੇ ਨੇ। ਉਹ ਸੋਚਦੇ ਨੇ ਕਿ ਸਾਡੀ ਇਕਲੌਤੀ ਧੀ ਹੈ, ਵੀ ਇਹਦੇ ਸੁੱਖ ਆਰਾਮ ਦਾ ਕੀ, ਵੀ ਇਹ ਤਾਂ ਹਰ ਕਿਸੇ ਚੀਜ਼ ਨੂੰ ਨਾ ਕਰੀ ਜਾਂਦਾ। ਫਿਰ ਉਹ ਹੌਲੀ ਹੌਲੀ ਸੋਚਦੇ ਨੇ ਕਿ ਦੋਵੇਂ ਸਿਆਣੇ ਨੇ, ਵੀ ਧੀ ਦੀ ਖੁਸ਼ੀ ਲਈ ਮੰਨ ਜਾਂਦੇ ਨੇ। ਫਿਰ ਉਹਨਾਂ ਨੂੰ ਦੀਨ ਦਾ ਕੱਦ ਜਿਹੜਾ ਹੈ ਹੋਰ ਵੀ ਉੱਚਾ ਉਹ ਨਜ਼ਰ ਆਉਣ ਲੱਗ ਜਾਂਦਾ। ਅਤੇ ਧੀ ਦੇ ਗੁਣਾਂ ਅੱਗੇ ਰਾਜ ਦਾ ਜਿਹੜਾ ਕੀ ਮਹੱਤਵ ਉਹ ਸੋਚਦੇ ਨੇ ਵੀ ਇਹੋ ਜਿਹੀ ਧੀ ਦੇ ਗੁਣਾਂ ਤੋਂ ਤਾਂ ਅਤੇ ਜਵਾਈ ਦੇ ਗੁਣਾਂ ਤੋਂ ਤਾਂ ਜਿਹੜੇ 100 ਰਾਜ ਕੁਰਬਾਨ ਕਰਦੇ ਨੇ। ਫਿਰ ਉਹ ਖੁਸ਼ੀ ਦੇ ਵਿੱਚ ਇਹ ਹਾਮੀ ਭਰ ਦਿੰਦੇ ਨੇ। ਠੀਕ ਨਾ, ਰਾਜੇ ਨੂੰ ਫਿਰ ਦੀਨ ਕਹਿੰਦਾ ਵੀ ਰਾਜ ਭਾਗ ਦੀ ਕਹਿੰਦਾ ਲਟਾ ਪਿੰਗ ਮੇਥੋਂ ਨਹੀਂ ਸਾਂਭੀ ਜਾਣੀ, ਵੀ ਮੇਰੇ ਭਰਾ ਤੋਂ ਤਾਂ ਕਹਿੰਦਾ ਇੱਕ ਭਰਜਾਈ 'ਤੇ ਰਾਜ ਨਹੀਂ ਕਰ ਹੋਇਆ, ਅਤੇ ਅਣਗਿਣਤ ਪ੍ਰਜਾ 'ਤੇ ਤਾਂ ਰਾਜ ਕਰਨਾ ਕਹਿੰਦਾ ਮੇਰੇ ਭਾਣੇ ਤਾਂ ਹੋਰ ਵੀ ਵੱਡੀ ਮੂਰਖਤਾ ਹੋਊਗੀ, ਗਲਤਫਹਿਮੀ ਹੀ ਹੋਊਗੀ। ਫਿਰ ਰਾਜਕੁਮਾਰੀ ਨੂੰ ਦੀਨ ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਜੋ ਸੀ ਮੈਂ ਉਹ ਸਾਫ਼-ਸਾਫ਼ ਕਹਿ ਦਿੱਤਾ ਹੈ, ਅਤੇ ਤੁਸੀਂ ਹੁਣ ਜੋ ਕਹੋਗੇ ਮੈਂ ਉਹ ਕਰੂੰਗਾ। ਅਤੇ ਫਿਰ ਉਹ ਇਹ ਵੀ ਕਹਿੰਦਾ ਕਿ ਮੇਰੇ ਵਿੱਚ ਤੁਸੀਂ ਕੁਛ ਤਾਂ ਦੇਖਿਆ ਹੋਣਾ, ਇਸ ਲਈ ਤੁਸੀਂ ਮੈਨੂੰ ਪਸੰਦ ਕੀਤਾ ਹੈ।
ਫਿਰ ਰਾਜਕੁਮਾਰੀ ਉਹਨੂੰ ਕਹਿੰਦੀ ਹੈ ਵੀ ਇਹ ਚੋਣ ਜਿਹੜੀ ਹੈ ਇਹ ਮੇਰੀ ਧਰੋਹਰ ਹੈ। ਕਹਿੰਦੇ ਬਲਕਿ ਸਮਝਣ ਦੀ ਗੱਲ ਆ ਕਿ ਰਾਜ ਦੀ ਗੱਲ ਹੈ, ਮੈਂ ਆਪੇ ਸਾਂਭ ਲੂੰਗੀ। ਕਹਿੰਦੀ ਜਿੱਥੇ ਤੱਕ ਰਾਜ ਦੀ ਗੱਲ ਹੈ, ਰਾਜ ਭਾਗ ਸੰਭਾਲਣ ਦੀ ਗੱਲ ਹੈ, ਉਹ ਮੈਂ ਆਪ ਸਾਂਭ ਲੂੰਗੀ। ਫਿਰ ਦੀਨ ਉਹਨੂੰ ਕਹਿੰਦਾ ਕਿ ਇਸ ਸਭ ਵਿੱਚੋਂ ਜਿਹੜਾ ਚੰਗਾ ਜਾਂ ਬੁਰਾ ਵੀ ਇਹ ਸਭ ਜਾਣਨ ਲਈ ਸਮਝਣ ਲਈ ਕਿੱਥੋਂ ਸਮਾਂ ਕੱਢੇਂਗੀ, ਵੀ ਨਾ ਮੈਨੂੰ ਤੇ ਨਾ ਤੂੰ ਖੁਦ ਨੂੰ ਜਾਣ ਪਾਏਂਗੀ। ਫਿਰ ਆਪਣੇ ਆਪ ਨੂੰ ਮਿਲਣ ਵਾਸਤੇ ਵੀ ਸਮਾਂ ਨਹੀਂ ਹੁੰਦਾ ਕਹਿੰਦਾ ਰਾਜਿਆਂ ਦੇ ਕੋਲ। ਰਾਜਕੁਮਾਰੀ ਕਹਿੰਦੀ ਹੈ ਕਿ ਮੇਰੇ ਤੇ ਛੱਡੋ ਇਹ ਸਾਰੀਆਂ ਗੱਲਾਂ, ਵੀ ਤੁਹਾਨੂੰ ਫਿਰ ਉਹ ਕਹਿੰਦੀ ਹੈ ਕਿ ਤੁਹਾਨੂੰ ਜਾਣਨ ਲਈ ਸਮਝਣ ਦੀ ਲੋੜ ਆ। ਸਮਾਂ ਤਾਂ ਤੁਹਾਡੇ ਪਿੰਡ ਵਾਸੀਆਂ ਕੋਲ, ਤੁਹਾਡੇ ਭਰਾ ਭਰਜਾਈਆਂ ਕੋਲ ਵੀ ਸੀਗਾ, ਪਰ ਉਹਨਾਂ ਨੇ ਤੁਹਾਨੂੰ ਨਹੀਂ ਸਮਝਿਆ। ਫਿਰ ਉਹ ਅੱਗੇ ਕਹਿੰਦੀ ਹੈ ਕਿ ਤੁਹਾਨੂੰ ਪ੍ਰਾਪਤ ਕਰਨਾ ਮੇਰੇ ਲਈ ਦੁਰਲਭ ਸੀਗਾ, ਰਾਜ ਕਰਨਾ ਕਹਿੰਦੀ ਫਿਰ ਵੀ ਇਹਦੇ ਨਾਲੋਂ ਸੌਖਾ ਹੈ। ਕਹਿੰਦੀ ਹੈ ਜਿਸ ਅਕਲ ਨਾਲ ਮੈਂ ਤੁਹਾਨੂੰ ਲੱਭਿਆ ਏ ਉਸੇ ਅਕਲ ਨਾਲ ਜਿਹੜਾ ਮੈਂ ਪਰਜਾ 'ਤੇ ਜਿਹੜਾ ਮੈਂ ਰਾਜ ਕਰੂੰਗੀ। ਫਿਰ ਉਹ ਇਹ ਵੀ ਗੱਲ ਕਹਿੰਦੀ ਹੈ ਕਿ ਦੀਨ ਤੋਂ ਹੀ ਪ੍ਰੇਰਨਾ ਲਈ ਮਿਲੀ ਹੈ ਮੈਨੂੰ ਇਸ ਸਭ ਕਾਸੇ ਲਈ। ਤਾਂ ਉਹ ਸਾਦਾ ਲਿਬਾਸ ਪਾ ਕੇ ਫਿਰ ਦੋਨੇ ਜਾਣੇ ਜਿਹੜੇ ਨੇ ਮੰਡਪ ਦੇ ਵਿੱਚ ਆ ਜਾਂਦੇ ਨੇ, ਅਤੇ ਹੁਣ ਲੱਛਮੀ ਅਤੇ ਕਿਸਮਤ ਫਿਰ ਪਹੁੰਚ ਜਾਂਦੀਆਂ ਨੇ ਉੱਥੇ ਤਕਰਾਰ ਕਰਦੀਆਂ ਹੋਈਆਂ। ਫਿਰ ਉਹ ਲੱਖੀ ਵਣਜਾਰੇ ਨੂੰ ਆਪਣੇ ਪੰਚ ਮੰਨ ਕੇ ਉਹਨੂੰ ਦੋਨਾਂ ਦੀ ਤਕਰਾਰ ਦਾ ਫੈਸਲਾ ਕਰਨ ਲਈ ਕਹਿੰਦੀਆਂ ਨੇ। ਲੱਖੀ ਵਣਜਾਰੇ ਨੂੰ ਸਾਰੀ ਗੱਲ ਸਮਝਾਉਂਦੀਆਂ ਨੇ ਸ਼ੁਰੂ ਤੋਂ ਅਖੀਰ ਤੱਕ, ਅਤੇ ਉਹਨੂੰ ਜਿਹੜਾ ਝਗੜਾ ਸੁਲਝਾਉਣ ਦੇ ਲਈ ਕਹਿੰਦੀਆਂ ਨੇ। ਲੱਖੀ ਵਣਜਾਰੇ ਨੂੰ ਤਾਂ ਇਸ ਮੌਕੇ ਦੀ ਉਡੀਕ ਸੀਗੀ, ਇਹੋ ਜਿਹੇ ਮੌਕਿਆਂ ਦੀ, ਅਤੇ ਉਹ ਖੁਸ਼ ਹੋ ਜਾਂਦਾ ਹੈ, ਰਾਜ਼ੀ ਹੋ ਜਾਂਦਾ ਝਟਪਟ। ਅਤੇ ਫਿਰ ਉਹ ਕਹਿੰਦਾ ਕਿ ਮੈਂ ਜੋ ਫੈਸਲਾ ਕਰੂੰਗਾ ਉਹ ਤੁਹਾਨੂੰ ਦੋਨਾਂ ਨੂੰ ਮਨਜ਼ੂਰ ਕਰਨਾ ਪਊਗਾ। ਉਹ ਫਿਰ ਦੋਨੇ ਕਹਿੰਦੀਆਂ ਨੇ ਕਿ ਹਾਂ ਸਾਨੂੰ ਮਨਜ਼ੂਰ ਹੋਊਗਾ। ਫਿਰ ਉਹ ਕਹਿੰਦਾ ਕਿ ਵਿਆਹ ਪਿੱਛੋਂ ਵਿਵਾਦ ਜਿਹੜਾ ਇਹ ਆਪੇ ਹੱਲ ਹੋ ਜਾਣਾ। ਉਹ ਕਹਿੰਦਾ ਕਿ ਮੇਰੀ ਅਕਲ ਦੇ ਮੁਤਾਬਕ ਨਾ ਲੱਛਮੀ ਵੱਡੀ ਹੈ ਨਾ ਕਿਸਮਤ ਵੱਡੀ ਹੈ ਤਾਂ ਰਾਜਕੁਮਾਰੀ ਹੈ। ਕਹਿੰਦਾ ਜਦ ਤੱਕ ਉਹ ਵਿਆਹ ਲਈ ਦੀਨ ਨੂੰ ਨਾ ਚੁਣਦੀ ਉਦੋਂ ਤੱਕ ਜਿਹੜਾ ਇਹ ਤਕਰਾਰ ਜਾਰੀ ਰਹਿਣਾ ਸੀਗਾ। ਇਸ ਲਈ ਕਹਿੰਦਾ ਨਾ ਲੱਛਮੀ ਨਾ ਕਿਸਮਤ ਵੱਡੀ ਹੈ, ਅਤੇ ਨਾ ਹੀ ਦੋਨਾਂ ਦਾ ਵਸ ਚੱਲਣਾ ਸੀ ਕਿਸੇ ਵੀ ਕੰਮ 'ਤੇ, ਵੀ ਨਾ ਹੀ ਕਹਿੰਦਾ ਦੌਲਤ ਦੀ ਜਿਹੜੀ ਹੈ ਚਲਾਕੀ ਕੰਮ ਆਣੀ ਸੀ। ਅਤੇ ਲੱਖੀ ਵਣਜਾਰਾ ਰਾਜਕੁਮਾਰੀ ਅਤੇ ਦੀਨ ਨੂੰ ਕਹਿੰਦਾ ਹੈ ਫਿਰ ਕਿ ਰਾਜੇ ਜਿਹੜੇ ਨੇ ਰਾਜ ਸੰਭਾਲਣਾ ਜਿਹੜਾ ਦੋਨਾਂ ਵਿੱਚੋਂ ਕੋਈ ਵੀ ਸੰਭਾਲੇ ਇੱਕੋ ਗੱਲ ਹੈ। ਕਹਿੰਦਾ ਕਿ ਜੇ ਤੁਸੀਂ ਰਾਜ ਸੱਤਾ ਦੇ ਨਸ਼ੇ ਤੋਂ ਆਪਣੇ ਆਪ ਨੂੰ ਮੁਕਤ ਕਰਨ ਵਿੱਚ ਕਾਮਯਾਬ ਹੋਗੇ ਤਾਂ ਤੁਸੀਂ ਧਰਮੀ ਅਤੇ ਮਰਿਆਦਾ ਪੁਰਸ਼ ਕਹਿਲਾਓਗੇ। ਫਿਰ ਉਹ ਕਹਿੰਦਾ ਕਿ ਰਾਜੇ ਤਾਂ ਇੱਕ ਤੋਂ ਵੱਧ ਇੱਕ ਜਿਹੜੇ ਨੇ ਦੁਰਾਚਾਰੀ ਅਨਿਆਈ ਜਿਹੜੇ ਨੇ ਅਧਰਮੀ ਹੋਏ ਨੇ। ਫਿਰ ਉਹ ਇੱਕ ਪੁਰਾਣੀ ਸਾਖੀ ਕਹਿੰਦੇ ਆ ਜਿਹੜਾ ਆਪਣੀ ਗੱਲ ਨੂੰ ਸਮੇਟਦਾ ਕਿ ਇੱਕ ਰਾਜਾ ਹੁੰਦਾ, ਉਹਦੇ ਮਰਨ 'ਤੇ ਹਥਨੀ ਨੇ 3 ਵਾਰ ਕਿਸੇ ਰਿਸ਼ੀ ਦੇ ਗਲ ਦੇ ਵਿੱਚ ਮਾਲਾ ਪਾ ਦਿੱਤੀ ਅਤੇ ਪਰਜਾ ਨੇ ਉਹਨੂੰ ਹੀ ਰਾਜਾ ਮੰਨ ਲਿਆ। ਅਤੇ ਥੋੜ੍ਹੇ ਦਿਨਾਂ ਬਾਅਦ ਜਿਹੜਾ ਉਹ ਰਿਸ਼ੀ ਸੀਗਾ ਜਿਹੜਾ ਰਾਜਾ ਬਣਿਆ ਸੀ ਉਹ ਪਾਪੀ ਬਣ ਗਿਆ। ਤਾਂ ਇਸ ਤਰ੍ਹਾਂ ਕਹਿੰਦੇ ਰਾਜ ਸੱਤਾ ਜਿਹੜੀ ਹੈ ਉਹ ਨਿਰਦਈ ਹੁੰਦੀ ਹੈ ਅਤੇ ਕਬੂਤਰ ਨੂੰ ਵੀ ਜਿਹੜੀ ਉਹ ਬਾਜ਼ ਬਣਾ ਦਿੰਦੀ ਹੈ। ਫਿਰ ਉਹ ਕਹਿੰਦਾ ਕਿ ਹੁਣ ਜੋ ਵੀ ਹੋਊਗਾ ਆਪਣੇ ਆਪ ਜਿਹੜਾ ਅੱਗੇ ਸਮੇਂ ਦੇ ਨਾਲ ਸਾਹਮਣੇ ਆ ਜਾਣਾ, ਪਹਿਲਾਂ ਹੀ ਕਹਿੰਦਾ ਕਿਉਂ ਫਿਕਰ ਕਰਨਾ ਵੀ ਅੱਗੇ ਕੀ ਹੋਊਗਾ ਇਹ ਗੱਲਾਂ ਸੋਚ ਕੇ। ਫਿਰ ਉਹ ਕਹਿੰਦਾ ਕਿ ਮੇਰੇ 'ਤੇ ਜਿਹੜਾ ਹੈ ਜੋ ਵੀ ਮੈਂ ਅੱਜ ਜੋ ਵੀ ਪ੍ਰਭਾਵ ਪਿਆ ਮੇਰੇ 'ਤੇ ਉਹ ਤੁਹਾਡੀ ਸੰਗਤ ਦੇ ਕਰਕੇ ਹੋਇਆ। ਉਹ ਫਿਰ ਉਹ ਕਹਿੰਦਾ ਕਿ ਜਿਹੜਾ ਮਾਇਆ ਜਿਹੜੀ ਹੈ ਇਹਦੀ ਮਹੱਤਤਾ ਉਦੋਂ ਤੱਕ ਹੀ ਹੁੰਦੀ ਹੈ ਜਦ ਤੱਕ ਇਹ ਪਰਜਾ ਦੇ ਕੰਮ ਆ ਰਹੀ ਹੈ। ਫਿਰ ਉਹ ਕਹਿੰਦਾ ਹੈ ਕਿ ਸੇਵਕ ਬਣ ਕੇ ਜਿਹੜਾ ਮੈਂ ਪ੍ਰਾਸ਼ਚਿਤ ਕਰੂੰਗਾ ਆਪਣੀਆਂ ਸਾਰੇ ਜਿਹੜੇ ਨੇ ਮੈਂ ਗੁਨਾਹ ਜਾਂ ਗਲਤੀਆਂ ਕੀਤੀਆਂ ਨੇ, ਅਤੇ ਤੁਹਾਡੀ ਸੰਗਤ ਨੇ ਦੀਨ ਅਤੇ ਰਾਜਕੁਮਾਰੀ ਨੂੰ ਕਹਿੰਦਾ ਕਿ ਤੁਹਾਡੀ ਸੰਗਤ ਨੇ ਜਿਹੜਾ ਮੈਨੂੰ ਇਹ ਸਿਖਾਇਆ ਕਿ ਮਾਇਆ ਤਿਆਗ ਕਰਕੇ ਜਿਹੜਾ ਜੋ ਆਨੰਦ ਮਿਲਦਾ ਉਹ ਮਾਇਆ ਇਕੱਠੀ ਕਰਨ ਨਾਲ ਜਿਹੜਾ ਉਹ ਨਹੀਂ ਮਿਲਦਾ। ਸੋ ਇਹ ਸੀ ਵੱਡੀ ਕੌਣ ਕਹਾਣੀ, ਅਤੇ ਸ਼ੁਕਰੀਆ।